जी का खालसा वाहिगुरू जी की फतेह। गुरसिख सत मीडिया चैनल देख रहे सारे ही दर्शकों का एक बार फिर निੱਘਾ स्वागत है। ਅੱਜ फिर आप जी ਦੇ ਨਾਲ एक खास घटना का जिक्र करना है, जिस घटना ਦੇ ਲਈ ਕੈਨੇਡਾ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਭਗ 100 ਸਾਲ ਬਾਅਦ ਇਸ ਘਟਨਾ ਦੇ ਮਾਫੀ ਮੰਗੀ ਗਈ। I rise in this house to offer an apology on behalf of the government of Canada for our role in the Komagata Maru incident. घटना बड़ी खास है जिहड़ी ਅਸੀਂ ਅੱਜ तक नज़रअंदाज ਕੀਤਾ है। जिस घटना बारे साडे बच्चों ਨੂੰ ਕੋਈ ਬਹੁਤਾ ਪਤਾ ਨਹੀਂ, ਸਾਡੇ ਸਿਲੇਬਸ ਦੇ ਵਿੱਚ ਬੱਚਿਆਂ ਦੇ ਕੋਈ ਖਾਸ ਇਹਦਾ ਥਾਂ ਨਹੀਂ ਹੈ, ਖਾਸ ਢੰਗ ਦੇ ਨਾਲ ਇਹਨੂੰ ਪੜਾਇਆ ਨਹੀਂ ਜਾਂਦਾ। ਇਸ ਕਰਕੇ ਇਹ ਘਟਨਾ ਸਾਡੀਆਂ ਨਜ਼ਰਾਂ ਤੋਂ ਬਹੁਤ ਦੂਰ ਰਹੀ ਹੈ। ਇਹ ਘਟਨਾ ਅਸਲ ਦੇ ਵਿੱਚ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਸਾਡੇ ਪੰਜਾਬੀਆਂ ਦੇ ਖਾਸ ਕਰ ਇੱਕ ਸਾਡੇ ਜ਼ਿਹਨ ਦੇ ਵਿੱਚ ਰਹਿਣੀ ਚਾਹੀਦੀ ਸੀ। ਔਰ ਇਹ ਘਟਨਾ ਦਾ ਨਾਮ ਇੱਕ ਜਹਾਜ਼ ਦੇ ਨਾਮ ਤੋਂ ਹੈ। ਆਪ ਜੀ ਕਈਆਂ ਦੇ ਮਨ ਦੇ ਅੰਦਰ, ਜ਼ਿਹਨ ਦੇ ਅੰਦਰ, ਦਿਮਾਗ ਦੇ ਅੰਦਰ ਇਹ ਜਹਾਜ਼ ਦਾ ਨਾਮ, ਇਹ ਘਟਨਾ ਦਾ ਖਿਆਲ ਆ ਗਿਆ ਹੋਣਾ ਹੈ। ਇਹ ਘਟਨਾ ਦਾ ਨਾਮ ਸੀ ਕਾਮਾਗਾਟਾ ਮਾਰੂ, ਕਿਉਂਕਿ ਜਹਾਜ਼ ਵੀ ਕਾਮਾਗਾਟਾ ਮਾਰੂ ਨਾਮ ਤੋਂ ਹੀ ਸੀ। ਔਰ ਇਹ ਘਟਨਾ ਸ਼ੁਰੂਆਤ ਜਿਹੜੀ ਹੁੰਦੀ ਹੈ ਇਸ ਘਟਨਾ ਦੀ, ਉਹ ਇੱਥੋਂ ਮੁੱਢ ਵੱਜਦਾ ਹੈ, ਕਿਉਂਕਿ ਪੰਜਾਬੀਆਂ ਦਾ ਖਾਸ ਕਰਕੇ ਹਮੇਸ਼ਾ ਤੋਂ ਇਹ ਰੁਝਾਨ ਰਿਹਾ ਹੈ ਇੱਕ ਮਿਹਨਤੀ ਲੋਕ ਹੋਣ ਕਰਕੇ ਇੱਕ ਚੰਗੀ ਖੁਸ਼ਹਾਲ ਜ਼ਿੰਦਗੀ ਜਿਉਣਾ ਔਰ ਮਿਹਨਤ ਕਰਕੇ ਜਿਉਣਾ ਇਹਨਾਂ ਦਾ ਸੁਭਾਅ ਹੈ। ਔਰ ਇਸੇ ਹੀ ਮਿਹਨਤੀ ਬਿਰਤੀ ਦੇ ਕਰਕੇ ਕਦੇ ਵੀ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਕਿੱਥੇ ਜਾਣਾ ਪਏਗਾ, ਕੀ ਕਰਨਾ ਪਏਗਾ। ਜਿਵੇਂ ਕਿ ਅੱਜ ਵੀ ਪੰਜਾਬੀਆਂ ਦਾ ਸਾਰਿਆਂ ਤੋਂ ਜ਼ਿਆਦਾ ਰੁਝਾਨ ਰਹਿੰਦਾ ਹੈ ਕੈਨੇਡਾ ਵੱਲ ਜਾਣ ਨੂੰ, ਔਰ ਉਧਰ ਵੀ ਕੈਨੇਡਾ ਵੱਲ ਹੀ ਜਾਣ ਦਾ ਰੁਝਾਨ ਸੀ। ਜਿਸ ਘਟਨਾ ਦਾ ਜ਼ਿਕਰ ਆਪ ਜੀ ਦੇ ਨਾਲ ਕਰਨਾ ਹੈ ਕੈਨੇਡਾ ਦੇ ਨਾਲ ਸੰਬੰਧਿਤ ਹੈ, ਤਾਂ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਸੀ, ਔਰ ਉਹ ਸਿੱਧੇ ਤੌਰ ਦੇ ਉੱਤੇ ਉਹ ਸੰਬੰਧਿਤ ਨੇ, ਉਹਨਾਂ ਨੇ ਇਸ ਕਰਕੇ ਇਸ ਘਟਨਾ ਦੀ ਮਾਫੀ ਵੀ ਮੰਗੀ। ਅਸੀਂ ਗੱਲ ਕਰ ਰਹੇ ਹਾਂ ਕਾਮਾਗਾਟਾ ਮਾਰੂ ਦੇ ਉਸ ਘਟਨਾ ਦੀ, ਜਿਸ ਘਟਨਾ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਨੁਕਸਾਨ ਉਧਰ ਵੀ ਸਿੱਖਾਂ ਦਾ ਹੋਇਆ ਸੀ, ਪੰਜਾਬੀਆਂ ਦਾ ਉਧਰ ਵੀ ਸਾਰਿਆਂ ਤੋਂ ਜ਼ਿਆਦਾ ਨੁਕਸਾਨ ਸੀ। ਇਸ ਘਟਨਾ ਦੇ ਵਿੱਚ ਵੀ ਕੈਨੇਡਾ ਸਰਕਾਰ ਵੱਲੋਂ ਉਸ ਵਕਤ 1914 ਦੇ ਨੇੜੇ ਇੱਕ ਮਤਾ ਪਾਸ ਕੀਤਾ ਗਿਆ, ਇੱਕ ਨਿਯਮ ਬਣਾਇਆ ਗਿਆ ਕਿ ਕੈਨੇਡਾ ਦੇ ਵਿੱਚ ਕੋਈ ਏਸ਼ੀਅਨ ਜਾਂ ਅਫਰੀਕਨ ਨਹੀਂ ਆਏਗਾ, ਚਿੱਟੀ ਚਮੜੀ ਦੇ ਲੋਕ ਹੀ ਇੱਥੇ ਆ ਸਕਦੇ ਨੇ। ਇਸ ਦੇ ਨਾਲ ਕਾਫੀ ਉਹਨਾਂ ਦੀ ਨਿੰਦਿਆ ਹੋਈ ਔਰ ਉਹਨਾਂ ਨੇ ਇੱਕ ਸੋਧ ਕੀਤੀ, ਇਹਦੇ ਵਿੱਚ ਇੱਕ ਨਿਯਮ ਨਵਾਂ ਬਣਾਇਆ ਕਿ ਜੇ ਕੋਈ ਇੱਥੇ ਆਉਣਾ ਚਾਹੁੰਦਾ ਹੈ ਤਾਂ ਆ ਸਕਦਾ ਹੈ, ਪਰ ਉਹਦੇ ਲਈ ਇੱਕ ਸ਼ਰਤ ਹੋਵੇਗੀ, ਉਹ ਸਿੱਧਾ ਹੀ ਆਪਣੇ ਦੇਸ਼ ਦੇ ਵਿੱਚੋਂ ਜਿੱਥੇ ਉਹਦਾ ਜਨਮ ਹੋਇਆ ਹੈ ਜਾਂ ਜਿੱਥੇ ਦੀ ਉਹਦੇ ਕੋਲ ਨਾਗਰਿਕਤਾ ਹੈ, ਉਹ ਸਿੱਧਾ ਹੀ ਇੱਥੇ ਪਹੁੰਚ ਸਕਦਾ ਹੈ। ਨਾਲ ਹੀ ਸ਼ਰਤ ਇਹ ਵੀ ਸੀ ਕਿ ਉਸੇ ਹੀ ਦੇਸ਼ ਦੀ ਸੀ ਕੰਪਨੀ, ਸੀ ਲਾਈਨ ਕੰਪਨੀ ਹੋਣੀ ਚਾਹੀਦੀ ਹੈ, ਜਹਾਜ਼ਾਂ ਦੀ ਕੰਪਨੀ ਹੋਣੀ ਚਾਹੀਦੀ ਹੈ, ਸ਼ਿਪ ਦੀ, ਕਿਉਂਕਿ ਉਦੋਂ ਹਵਾ ਦੇ ਵਿੱਚ ਉੱਡਣ ਵਾਲੇ ਜਹਾਜ਼ ਨਹੀਂ ਸਨ। ਇਸ ਕਰਕੇ ਹਵਾਈ ਜਹਾਜ਼ ਨਾ ਹੋਣ ਕਰਕੇ ਪਾਣੀ ਵਾਲੇ ਜਹਾਜ਼ਾਂ ਦੇ ਨਾਲ ਹੀ ਉੱਥੇ ਪਹੁੰਚਿਆ ਜਾ ਸਕਦਾ ਸੀ। ਔਰ ਉਹਨਾਂ ਨੇ ਇਹ ਸ਼ਰਤ ਰੱਖੀ ਕਿ ਉਸੇ ਦੇਸ਼ ਦਾ ਜਹਾਜ਼ ਹੋਵੇ ਜਿਸ ਦੇਸ਼ ਦੇ ਲੋਕਾਂ ਨੇ ਇੱਥੇ ਆਉਣਾ ਹੈ, ਉੱਥੇ ਦੀ ਹੀ ਕੰਪਨੀ ਹੋਣੀ ਚਾਹੀਦੀ ਹੈ। ਔਰ ਇਹਦੇ ਲਈ ਬੜਾ ਯਤਨ ਕੀਤਾ ਗਿਆ, ਕਿਉਂਕਿ ਹਿੰਦੁਸਤਾਨ ਉਸ ਵਕਤ ਕੋਈ ਇੰਨਾ ਡਿਵੈਲਪ ਨਹੀਂ ਸੀ, ਇੰਨੀਆਂ ਸਹੂਲਤਾਂ ਨਹੀਂ ਸਨ ਇੱਥੇ ਕਿ ਇੱਥੇ ਕੋਈ ਪਾਣੀ ਵਾਲਾ ਜਹਾਜ਼ ਵੀ ਉਪਲਬਧ ਹੋਵੇ, ਕੋਈ ਕੰਪਨੀ ਹੋਵੇ। ਉਸ ਵਕਤ ਐਸਾ ਕੁਝ ਵੀ ਨਹੀਂ ਸੀ। ਔਰ ਇਸ ਕਰਕੇ ਬੜੇ ਲੋਕ ਜਿਹੜੇ ਸਾਨੂੰ ਹਾਂਗਕਾਂਗ ਆਦਿ ਦੇਸ਼ਾਂ ਦੇ ਵਿੱਚ ਗਏ ਤਾਂ ਕਿ ਇੱਥੋਂ ਪਹੁੰਚਿਆ ਜਾ ਸਕੇ, ਪਰ ਉੱਥੋਂ ਏਦਾਂ ਪਹੁੰਚਿਆ ਨਹੀਂ ਸੀ ਜਾ ਸਕਦਾ। ਫਿਰ ਇੱਕ ਸਿੱਖ ਪੰਜਾਬੀ ਜਿਹੜੇ ਉਹਨਾਂ ਨੇ ਬੜਾ ਯਤਨ ਕੀਤਾ, ਵਪਾਰੀ ਵੀ ਸਨ, ਮਾਲਕ ਦੀ ਰਹਿਮਤ ਦੇ ਨਾਲ ਚੰਗਾ ਵਪਾਰ ਕਰਦੇ ਸਨ। ਉਹਨਾਂ ਨੇ ਇਹ ਸਾਰੇ ਦਾ ਹੱਲ ਕੱਢਣ ਦਾ ਯਤਨ ਕੀਤਾ। ਉਹਨਾਂ ਨੇ ਸੋਚਿਆ ਵੀ ਇਹ ਸ਼ਰਤਾਂ ਆਪਾਂ ਪੂਰੀਆਂ ਕਰ ਸਕਦੇ ਹਾਂ। ਉਹ ਸਿੰਗਾਪੁਰ ਦੇ ਵਿੱਚ ਰਹਿੰਦੇ ਸਨ। ਉਹਨਾਂ ਨੇ ਉੱਥੋਂ ਹੀ ਇੱਕ ਨਵੀਂ ਕੰਪਨੀ ਬਣਾਈ, ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਕਰਕੇ ਉਹਨਾਂ ਨੇ ਉਸ ਕੰਪਨੀ ਦਾ ਨਾਮ ਰੱਖਿਆ। ਔਰ ਵਪਾਰੀ ਹੋਣ ਕਰਕੇ ਚੰਗਾ ਧਨ ਸੀ, ਕੁਝ ਹੋਰ ਲੋਕਾਂ ਨੇ ਉਹਦੇ ਸ਼ੇਅਰ ਵੀ ਖਰੀਦੇ। ਔਰ ਉਹਨਾਂ ਨੇ ਇੱਕ ਜਹਾਜ਼, ਜਾਪਾਨੀ ਜਹਾਜ਼ ਜਿਸ ਦਾ ਨਾਮ ਕਾਮਾਗਾਟਾ ਮਾਰੂ ਸੀ, ਉਹ ਉਹਨਾਂ ਨੇ ਕਿਰਾਏ ਦੇ ਉੱਤੇ ਲੈ ਲਿਆ, ਲੀਜ਼ ਦੇ ਉੱਤੇ ਲੈ ਲਿਆ, ਜਿਸ ਦਾ ਕਿਰਾਇਆ ਵੀ $22,000 ਉਸ ਵਕਤ ਸੀ। ਉਹਨਾਂ ਨੇ ਉਹ ਜਹਾਜ਼ ਲੈ ਲਿਆ। ਉਸ ਜਹਾਜ਼ ਦੇ ਵਿੱਚ ਚੱਲਣ ਦੇ ਲਈ ਉਸ ਵਕਤ ਲਗਭਗ 500 ਟਿਕਟਾਂ ਵਿਕ ਗਈਆਂ, 500 ਲੋਕ ਉਹਦੇ ਸਵਾਰ ਹੋਣ ਲਈ ਤਿਆਰ ਹੋ ਗਏ।
ਕਿਉਂਕਿ 500 ਸੀਟਾਂ ਸਨ ਤੇ 500 ਹੀ ਲੋਕ ਉਹਦੇ ਵਿੱਚ ਸਵਾਰ ਹੋਣ ਲਈ ਤਿਆਰ ਹੋ ਗਏ। ਪਰ ਜਿਸ ਦਿਨ ਜਾਣਾ ਸੀ ਉਸੇ ਦਿਨ ਹੀ ਬਾਬਾ ਗੁਰਦੇਵ ਸਿੰਘ ਨੂੰ ਹਾਂਗਕਾਂਗ ਸਰਕਾਰ ਵੱਲੋਂ ਹਾਂਗਕਾਂਗ ਦੇ ਵਿੱਚ ਕੈਦ ਕਰ ਲਿਆ ਗਿਆ ਔਰ ਇਸ ਘਟਨਾ ਤੋਂ ਡਰ ਕਰਕੇ ਕਾਫੀ ਜਿਹੜੇ ਲੋਕ ਸਨ ਉਹਨਾਂ ਨੇ ਜਾਣ ਦਾ ਫੈਸਲਾ ਰੱਦ ਕਰ ਦਿੱਤਾ ਗਿਆ। ਹਾਲਾਂਕਿ 3 ਦਿਨ ਬਾਅਦ ਬਾਬਾ ਗੁਰਦੇਵ ਸਿੰਘ ਨੂੰ ਉਸ ਕੈਦ ਦੇ ਵਿੱਚੋਂ ਰਿਹਾ ਕੀਤਾ ਗਿਆ। 3 ਦਿਨ ਬਾਅਦ ਫਿਰ ਉੱਥੋਂ ਚੱਲਣ ਦਾ ਜਿਹੜਾ ਸੀ ਸਾਰਾ ਪ੍ਰੋਸੀਜਰ ਸ਼ੁਰੂ ਕੀਤਾ ਗਿਆ। ਸੁਨੇਹੇ ਭੇਜੇ ਗਏ ਕਿ ਅਸੀਂ ਇੱਥੋਂ ਚੱਲਣ ਲੱਗੇ ਆ, ਸਾਨੂੰ ਕੋਈ ਦਿੱਕਤ ਨਾ ਆਵੇ। ਤਾਰਾਂ ਭੇਜੀਆਂ ਗਈਆਂ, ਸੁਨੇਹੇ ਭੇਜ ਦਿੱਤੇ ਗਏ ਔਰ ਕਾਮਾਗਾਟਾਮਾਰੂ ਜਹਾਜ਼ ਜਿਹੜਾ ਹੈ ਉਹ 4 ਅਪ੍ਰੈਲ 1914 ਨੂੰ ਆਪਣੇ ਸਫ਼ਰ ਦੇ ਲਈ ਵੈਂਕੂਵਰ ਦੇ ਲਈ ਆਪਣੀਆਂ ਆਸਾਂ ਦੇ ਲਈ ਤੁਰਨ ਵਾਸਤੇ ਸ਼ੁਰੂ ਹੋਇਆ। ਉਥੋਂ 4 ਅਪ੍ਰੈਲ 1914 ਨੂੰ 376 ਯਾਤਰੀ ਨਾਲ ਲੈ ਕਰਕੇ ਤੁਰਦਾ ਹੈ। ਜਿਸ 376 ਯਾਤਰੀਆਂ ਦੇ ਵਿੱਚੋਂ 346 ਸਿੱਖ ਤੇ 30 ਜਿਹੜੇ ਨੇ ਉਹ ਗੈਰ ਸਿੱਖ ਨੇ। ਉਹ ਸਾਰੇ ਉਥੋਂ ਤੁਰਦੇ ਨੇ ਔਰ ਇਹ ਜਹਾਜ਼ ਯੋਕੋਹਾਮਾ, ਮੋਜੀ, ਸ਼ੰਘਾਈ ਆਦਿ ਦੇਸ਼ਾਂ ਤੋਂ ਹੁੰਦਾ ਹੋਇਆ ਆਦਿ ਜਿਹੜੇ ਬੰਦਰਗਾਹਾਂ ਤੋਂ ਹੁੰਦਾ ਹੋਇਆ ਅੱਗੇ ਨੂੰ ਵੱਧਦਾ ਹੈ ਔਰ 23 ਮਈ 1914 ਨੂੰ ਸਫ਼ਰ ਪੂਰਾ ਕਰਕੇ ਵੈਂਕੂਵਰ ਬੰਦਰਗਾਹ ਦੇ ਉੱਤੇ ਅਖੀਰ ਪਹੁੰਚਦਾ ਹੈ। ਹੁਣ ਸਾਰਿਆਂ ਦੇ ਮਨ ਦੇ ਅੰਦਰ ਚਾਹ ਸੀ ਕਿ ਅਸੀਂ ਪਹੁੰਚ ਚੁੱਕੇ ਹਾਂ ਉਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਸਾਂ। ਪਰ ਇਦਾਂ ਹੋਇਆ ਨਹੀਂ, ਜੋ ਉਹਨਾਂ ਨੇ ਸੋਚਿਆ ਉਦਾਂ ਨਹੀਂ ਹੋਇਆ। ਉੱਥੇ ਦੀ ਜਿਹੜੇ ਅਖਬਾਰ ਨੇ ਇਦਾਂ ਪੇਸ਼ ਕੀਤਾ, ਜਦੋਂ ਉੱਥੇ ਪਤਾ ਲੱਗਾ ਵੀ ਇਹ ਲੋਕ ਇੱਥੇ ਆ ਰਹੇ ਨੇ, ਇੱਕ ਜਹਾਜ਼ ਕਾਮਾਗਾਟਾਮਾਰੂ ਨਾਮ ਦਾ ਇੱਥੇ ਆ ਰਿਹਾ ਹੈ, ਉਹਨਾਂ ਨੇ ਇਦਾਂ ਪੇਸ਼ ਕੀਤਾ ਇਹਨੂੰ ਕਿ ਪੂਰਬ ਵੱਲੋਂ ਚੜ੍ਹਾਈ ਕਰਕੇ ਇਹ ਲੋਕ ਆ ਰਹੇ ਨੇ। ਉਸੇ ਵਕਤ ਵਿਕਟੋਰੀਆ ਬੰਦਰਗਾਹ ਦੇ ਉੱਤੇ ਇਹਨੂੰ ਰੋਕਿਆ ਗਿਆ ਔਰ ਰੋਕਣ ਤੋਂ ਬਾਅਦ 2 ਟੀਮਾਂ ਇੱਥੇ ਪਹੁੰਚੀਆਂ ਨੇ, ਇੱਕ ਮੈਡੀਕਲ ਟੀਮ ਤੇ ਇੱਕ ਡਿਫੈਂਸ ਦੀ ਟੀਮ ਜਿਹੜੀ ਸੀ ਉਹ ਪਹੁੰਚੀ ਇੱਥੇ। ਮੈਡੀਕਲ ਟੀਮ ਨੇ ਸਾਰਾ ਜਾਂਚ ਕੀਤੀ, ਜਿਹੜੇ ਉੱਥੇ ਦੇ ਜਿਹੜੇ ਸਫ਼ਰ ਕਰਕੇ ਯਾਤਰੂ ਆਏ ਨੇ ਉਹਨਾਂ ਦੀ ਕੀਤੀ, ਉੱਥੇ ਸਫਾਈ ਆਦਿਕ ਦੇਖਿਆ ਵੀ ਇੱਥੇ ਕੋਈ ਮਰੀਜ਼ ਤਾਂ ਨਹੀਂ ਜਿਹੜਾ ਇੱਥੇ ਆ ਕੇ ਕੋਈ ਨੁਕਸਾਨ ਕਰ ਦੇਵੇ ਔਰ ਦੂਜੇ ਪਾਸੇ ਡਿਫੈਂਸ ਵੱਲੋਂ ਵੀ ਇਹ ਚੈੱਕ ਕੀਤਾ ਗਿਆ ਕਿ ਇਹਨਾਂ ਦੇ ਕੋਲ ਕੋਈ ਹਥਿਆਰ ਤਾਂ ਨਹੀਂ ਹੈ। ਔਰ ਸਾਰਾ ਕੁਝ ਹੋਣ ਤੋਂ ਬਾਅਦ ਰਿਪੋਰਟ ਪਹੁੰਚੀ ਕਿ ਬਿਲਕੁਲ ਠੀਕ ਹੈ, ਇਹਨਾਂ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ। ਪਰ ਸਰਕਾਰ ਵੱਲੋਂ ਸਿਰਫ 22 ਯਾਤਰੂਆਂ ਨੂੰ ਉਤਰਨ ਦੀ ਇਜਾਜ਼ਤ ਦਿੱਤੀ ਗਈ, ਜਿਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਕਿ ਅਸੀਂ ਕੈਨੇਡਾ ਦੀ ਨਾਗਰਿਕਤਾ ਸਾਡੇ ਕੋਲ ਹੈ, ਅਸੀਂ ਇੱਥੇ ਦੇ ਨਾਗਰਿਕ ਹਾਂ। ਉਹਨਾਂ ਨੇ ਇਹ ਸਾਰੇ ਜਿਹੜਾ ਹੈ ਬਾਕੀਆਂ ਨੂੰ ਵਾਪਸ ਜਾਣ ਵਾਸਤੇ ਕਹਿ ਦਿੱਤਾ। ਪਰ ਜਿਹੜੇ ਸਾਰਾ ਕੁਝ ਆਪਣਾ ਦਾਅ ਦੇ ਉੱਤੇ ਲਾ ਕਰਕੇ ਆਏ ਸਨ ਉਹ ਨਹੀਂ ਸੀ ਚਾਹੁੰਦੇ, ਕਿਉਂਕਿ ਅਸਲ ਦੇ ਵਿੱਚ ਇਹ ਸਿਰਫ ਇੱਕ ਅਜਮਾਇਸ਼ੀ ਸਫ਼ਰ ਸੀ। ਬਾਬਾ ਗੁਰਦੇਵ ਸਿੰਘ ਇਹ ਚਾਹੁੰਦੇ ਸਨ ਕਿ ਇੱਕ ਵਾਰ ਇੱਥੋਂ ਸਫ਼ਰ ਸਿੱਧਾ ਕੈਨੇਡਾ ਤੱਕ ਦਾ, ਵੈਂਕੂਵਰ ਤੱਕ ਦਾ ਕੀਤਾ ਜਾਵੇ, ਉਸ ਤੋਂ ਬਾਅਦ ਅਸੀਂ ਕਲਕੱਤੇ ਤੋਂ ਸਿੱਧੀਆਂ ਜਿਹੜੀਆਂ ਨੇ ਉਹ ਸਫ਼ਰਾਂ ਸ਼ੁਰੂ ਕਰ ਸਕਦੇ ਹਾਂ, ਉੱਥੇ ਦੇ ਲੋਕ ਸਿੱਧੇ ਕੈਨੇਡਾ ਦੇ ਵਿੱਚ ਆ ਸਕਦੇ। ਅਜਮਾਇਸ਼ੀ ਸਫ਼ਰ ਸੀ ਸਿਰਫ ਇੱਕ। ਪਰ ਸਰਕਾਰ ਨੇ ਉੱਥੇ ਉਤਰਨ ਦੀ ਇਜਾਜ਼ਤ ਨਾ ਦਿੱਤੀ। ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ, ਫਿਰ ਕੀ ਦਿੱਕਤ ਹੈ, ਸਰਕਾਰ ਨੇ ਇਸ ਗੱਲ ਨੂੰ ਅਣਗੌਲਿਆ ਕਰ ਦਿੱਤਾ, ਇਹਨੂੰ ਨਜ਼ਰਅੰਦਾਜ਼ ਕੀਤਾ ਤੇ ਇਹਨਾਂ ਨੇ ਅਣਸੁਣਿਆ ਕਰ ਦਿੱਤਾ। ਅਸੀਂ ਇਸ ਘਟਨਾ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ, ਤੁਹਾਨੂੰ ਵਾਪਸ ਜਾਣਾ ਪਏਗਾ। ਪਰ ਉਹ ਜਿਹੜੇ ਸਾਰਾ ਕੋਈ ਦਾਅ ਤੇ ਲਾ ਕੇ ਆਏ ਸਨ, ਉਹਨਾਂ ਨੇ ਇਸ ਗੱਲ ਦੇ ਵਾਸਤੇ ਕਿਹਾ ਵੀ ਨਹੀਂ, ਅਸੀਂ ਇੱਥੇ ਉਤਰਨਾ ਚਾਹਾਂਗੇ। ਉਹਨਾਂ ਨੇ ਹਰ ਪਾਸੇ ਆਪਣਾ ਜ਼ੋਰ ਲਾਇਆ। ਉਹਨਾਂ ਨੇ ਬਾਦਸ਼ਾਹ ਕਨਾਡ ਤੱਕ ਪਹੁੰਚ ਕੀਤੀ, ਉੱਥੇ ਦੇ ਡਿਊਕ ਤੱਕ। ਉਹਨਾਂ ਨੇ ਇੰਗਲੈਂਡ ਦੇ ਵਿੱਚ ਪਹੁੰਚ ਕੀਤੀ, ਉੱਥੇ ਸੁਨੇਹੇ ਭੇਜੇ, ਭਾਰਤ ਦੇ ਵਿੱਚ ਸੁਨੇਹੇ ਭੇਜੇ, ਪਰ ਕਿਸੇ ਨੇ ਬਾਹ ਨਾ ਫੜੀ। ਮੈਂ ਨਾਲ ਹੀ ਇਹ ਗੱਲ ਕਹਿ ਦੇਵਾਂ, ਇਹ ਪਹਿਲੀ ਵਾਰ ਨਹੀਂ ਸੀ ਕਿ ਕੋਈ ਪੰਜਾਬੀ ਜਾਂ ਕੋਈ ਏਸ਼ੀਅਨ ਉੱਥੇ ਪਹੁੰਚਿਆ ਹੈ। ਇਸ ਤੋਂ ਪਹਿਲਾਂ ਵੀ ਬੜੇ ਏਸ਼ੀਅਨ ਤੇ ਪੰਜਾਬੀ ਸਿੱਖ ਉੱਥੇ ਪਹਿਲਾਂ ਤੋਂ ਵਸ ਰਹੇ ਸਨ ਕੈਨੇਡਾ ਦੇ ਵਿੱਚ। ਔਰ ਇਸੇ ਹੀ ਗੱਲ ਤੋਂ ਉਤਸ਼ਾਹਤ ਹੋ ਕੇ ਉੱਥੇ ਹਰ ਕੋਈ ਜਾਣਾ ਚਾਹੁੰਦਾ ਸੀ ਕਿ ਉੱਥੇ ਜ਼ਿੰਦਗੀ ਬੜੀ ਖੁਸ਼ਹਾਲ ਹੈ। ਔਰ ਜਦੋਂ ਇਸ ਘਟਨਾ ਦਾ ਪਤਾ ਉੱਥੇ ਰਹਿੰਦੇ ਹੋਏ ਆਮ ਪੰਜਾਬੀਆਂ ਨੂੰ, ਜਿਹੜੇ ਕੈਨੇਡਾ ਦੇ ਵਿੱਚ ਵੈਂਕੂਵਰ ਦੇ ਵਿੱਚ ਪਹਿਲਾਂ ਤੋਂ ਰਹਿੰਦੇ ਸਨ, ਉਹਨਾਂ ਤੱਕ ਪਹੁੰਚਿਆ ਤੇ ਪੰਜਾਬੀਆਂ ਦਾ ਜਿਹੜਾ ਸੁਭਾਅ ਹੈ ਆਪਣਿਆਂ ਦੀ ਮਦਦ ਕਰਨ ਦਾ, ਦੂਜਿਆਂ ਦੀ ਮਦਦ ਕਰਨ ਦਾ, ਉਹਨਾਂ ਨੇ ਉਸੇ ਵੇਲੇ ਇੱਥੇ ਪਹੁੰਚਣਾ ਚਾਹਿਆ, ਪਹੁੰਚ ਕਰਨੀ ਚਾਹੀ, ਪਰ ਰੋਕ ਲਾ ਦਿੱਤੀ ਗਈ। ਉਹਨਾਂ ਨੂੰ ਮਿਲਣ ਨਾ ਦਿੱਤਾ ਗਿਆ। ਇੱਕ ਕਮੇਟੀ ਬਣਾਈ ਉਹਨਾਂ ਨੇ ਕਿ ਇਸ ਕਮੇਟੀ ਨੇ ਅੱਗੇ ਦਾ ਜਿਹੜਾ ਪ੍ਰੋਸੀਜਰ ਹੈ ਉਹ ਸ਼ੁਰੂ ਕਰਨਾ ਹੈ। ਉਹਨਾਂ ਨੇ ਇੱਕ ਕੇਸ ਉੱਥੇ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਲਾਇਆ, ਪਰ ਸੁਪਰੀਮ ਕੋਰਟ ਨੇ ਇਹ ਜਵਾਬ ਦਿੱਤਾ ਅੱਗਿਓਂ, ਕਹਿੰਦੇ ਕਿ ਅਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਹੈ
ਉਹਦੇ ਪ੍ਰਵਾਸੀ ਵਿਭਾਗ ਦੇ ਮਸਲਿਆਂ ਦੇ ਵਿੱਚ ਅਸੀਂ ਕੋਈ ਵੀ ਉਹਨਾਂ ਦੇ ਲਏ ਹੋਏ ਫੈਸਲਿਆਂ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦੇ। ਹੁਣ ਉੱਥੇ ਇਹ ਸਾਰਾ ਜਿਹੜਾ ਸਿਸਟਮ ਸੀ ਉਹ ਵਿਗੜਦਾ ਜਾ ਰਿਹਾ ਸੀ। ਹੁਣ ਇਹ ਨਾਲ ਕਿਹਾ ਗਿਆ ਕਿ ਹੁਣ ਇਦਾਂ ਕੀਤਾ ਜਾਵੇ, ਕੈਨੇਡਾ ਸਰਕਾਰ ਨੇ ਆਰਡਰ ਕੀਤਾ ਵੀ ਇੱਕ ਸੀ ਲਾਈਨ ਜਹਾਜ਼ ਜਿਹੜਾ ਹੈ ਉਸ ਕੰਪਨੀ ਦੇ ਜਹਾਜ਼ ਦੇ ਨਾਲ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਹੈ ਉਹਨੂੰ ਬੰਦ ਕਰਕੇ ਕੈਨੇਡਾ ਦੀ ਜਿਹੜੀ ਜੂ ਹੈ ਸਮੁੰਦਰੀ ਜੂ ਉਸ ਤੋਂ ਬਾਹਰ ਕਰ ਦਿੱਤਾ ਜਾਵੇਗਾ, ਫਿਰ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ। ਔਰ ਜਦੋਂ ਇਹ ਗੱਲ ਸੁਣੀ, ਇਹ ਜਹਾਜ਼ ਨੇੜੇ ਆਉਣ ਲੱਗਾ, ਅੰਦਰ ਜਿਹੜੇ ਯਾਤਰੂ ਸਨ ਉਹਨਾਂ ਨੇ ਉਥੋਂ ਕੋਲੇ ਹੀ ਉਹਨਾਂ ਦੇ ਕੋਲ, ਕਿਉਂਕਿ ਉਸ ਵਕਤ ਜਹਾਜ਼ ਕੋਲੇ ਦੇ ਨਾਲ ਚੱਲਦੇ ਸਨ, ਤੇ ਕੋਲਿਆਂ ਨੂੰ ਹੀ ਹਥਿਆਰ ਦੇ ਰੂਪ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ, ਜਿਸ ਦੇ ਨਾਲ ਕਾਫੀ ਨੁਕਸਾਨ ਹੋਇਆ ਕੈਨੇਡਾ ਸਰਕਾਰ ਦਾ, ਉਹਨਾਂ ਦੇ ਜਹਾਜ਼ ਦਾ, ਉੱਥੇ ਦੇ ਜਿਹੜੇ ਉਹਦੇ ਉੱਤੇ ਕਰਮਚਾਰੀ ਸਨ ਕੰਮ ਕਰਨ ਵਾਲੇ, ਉਹਨਾਂ ਦਾ ਕਾਫੀ ਨੁਕਸਾਨ ਹੋਇਆ। ਔਰ ਇਸ ਘਟਨਾ ਤੋਂ ਨਾਰਾਜ਼ ਹੋ ਕਰਕੇ ਕੈਨੇਡਾ ਸਰਕਾਰ ਨੇ ਹੁਕਮ ਜਾਰੀ ਕੀਤਾ ਕਿ ਹੁਣ ਇੱਕ ਜੰਗੀ ਜਹਾਜ਼ ਉਤਾਰਿਆ ਜਾਵੇ, ਜੰਗੀ ਜਹਾਜ਼ ਦੇ ਨਾਲ ਇਹਨਾਂ ਦੇ ਉੱਤੇ ਗੋਲੀ ਚਲਾਈ ਜਾਵੇ। ਔਰ ਜਿੱਦਾਂ ਹੀ ਇਹ ਘਟਨਾ ਉੱਥੇ ਅੰਦਰ ਰਹਿੰਦੇ ਹੋਏ ਪੰਜਾਬੀ ਤੇ ਹੋਰ ਹਿੰਦੁਸਤਾਨੀਆਂ ਦੇ ਕੋਲ ਪਹੁੰਚੀ, ਉਹਨਾਂ ਨੇ ਉਸੇ ਵੇਲੇ ਇਕੱਠ ਕਰਕੇ ਇਹ ਐਲਾਨ ਕਰ ਦਿੱਤਾ ਕਿ ਜੇ ਇਦਾਂ ਹਮਲਾ ਕੀਤਾ ਜਾਂਦਾ ਹੈ ਤੇ ਅਸੀਂ ਵੈਂਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਵਾਂਗੇ। ਔਰ ਇਸ ਘਟਨਾ ਤੋਂ ਡਰ ਕਰਕੇ ਉਹਨਾਂ ਨੇ ਮਨਾ ਕਰ ਦਿੱਤਾ ਤੇ ਨਾਲ ਹੀ ਫਿਰ ਇਜਾਜ਼ਤ ਵੀ ਦਿੱਤੀ ਵੀ ਇੱਕ ਕਮੇਟੀ ਜਿਹੜੀ ਵੈਂਕੂਵਰ ਸ਼ਹਿਰ ਦੇ ਵਿੱਚ ਪੰਜਾਬੀਆਂ ਦੀ ਹੈ ਉਹ ਉੱਥੇ ਜਾ ਕੇ ਮਿਲ ਸਕਦੀ ਹੈ। ਉਹਨਾਂ ਨੇ ਜਾ ਕੇ ਗੱਲ ਕੀਤੀ, ਸਮਝਾਇਆ ਕਿ ਹੁਣ ਸਾਰੇ ਹੀਲੇ ਅਸੀਂ ਵਰਤ ਲਏ ਆ, ਹਰ ਥਾਂ ਪਹੁੰਚ ਕਰ ਲਈ ਆ, ਇਹਨਾਂ ਨੇ ਕਿਸੇ ਨੇ ਸਾਡੀ ਬਾਹ ਨਹੀਂ ਫੜੀ, ਤੁਸੀਂ ਇੱਥੇ ਉਤਰ ਨਹੀਂ ਸਕਦੇ, ਹੁਣ ਤੁਹਾਨੂੰ ਵਾਪਸ ਹੀ ਜਾਣਾ ਚਾਹੀਦਾ। ਔਰ ਇਹ ਦੇਖ ਕਰਕੇ ਵੀ ਜਦੋਂ ਕੋਈ ਹੀਲਾ ਨਾ ਚੱਲਿਆ ਤੇ ਲਗਭਗ 2 ਮਹੀਨੇ ਬਾਅਦ 30 ਜੁਲਾਈ 1914 ਨੂੰ ਇਹ ਵਾਪਸੀ ਦਾ ਸਫ਼ਰ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ। ਇਹ ਜਹਾਜ਼ ਵਾਪਸ ਸ਼ਾਂਤ ਮਹਾਸਾਗਰ ਵੱਲ ਨੂੰ ਆਪਣਾ ਸਫ਼ਰ ਸ਼ੁਰੂ ਕਰਦਾ ਹੈ। ਹੁਣ ਇੱਥੇ ਸਾਰਿਆਂ ਤੋਂ ਵੱਡੀ ਮੁਸ਼ਕਲ ਇਹ ਆਈ, ਮੁਸ਼ਕਲ ਇਹ ਬਣੀ ਕਿ ਜਿਹੜੇ ਲੋਕ ਹੋਰਾਂ ਦੇਸ਼ਾਂ ਚੋਂ ਸਨ, ਜਿਵੇਂ ਹਾਂਗਕਾਂਗ ਆਦਿ ਦੇਸ਼ਾਂ ਦੇ ਵਿੱਚੋਂ ਲੋਕ ਸਫ਼ਰ ਕਰਨ ਵਾਸਤੇ ਉਸ ਜਹਾਜ਼ ਦੇ ਉੱਤੇ ਚੜੇ ਸਨ, ਸਿੰਗਾਪੁਰ ਦੇ ਲੋਕ, ਉੱਥੇ ਦੇ ਸਰਕਾਰਾਂ ਨੇ ਵੀ ਇਹਨਾਂ ਨੂੰ ਬਾਗੀ ਐਲਾਨ ਦਿੱਤਾ ਤੇ ਉਤਰਨ ਦਾ ਜਿਹੜਾ ਹੈ ਉਹ ਮਨਾਹੀ ਕਰ ਦਿੱਤੀ, ਕੋਈ ਵੀ ਇੱਥੇ ਉਤਰ ਨਹੀਂ ਸਕਦਾ, ਕਿਉਂਕਿ ਲਗਭਗ ਉਸ ਵਕਤ ਹਰ ਜਗ੍ਹਾ ਦੇ ਉੱਤੇ ਇੱਕੋ ਹੀ ਸਰਕਾਰ ਸੀ। ਇਸ ਕਰਕੇ ਉਹਨਾਂ ਨੇ ਉਤਰਨ ਤੋਂ ਮਨਾ ਕਰ ਦਿੱਤਾ ਕਿ ਇੱਥੇ ਤੁਸੀਂ ਉਤਰ ਨਹੀਂ ਸਕਦੇ। ਹੁਣ ਇਹ ਬੜੀ ਵੱਡੀ ਮੁਸ਼ਕਲ ਸੀ, ਪਰ ਫਿਰ ਵੀ ਇਹ ਸਾਰੀਆਂ ਮੁਸ਼ਕਲਾਂ ਨੂੰ ਚੱਲਦਿਆਂ ਹੋਇਆਂ ਕਾਮਾਗਾਟਾ ਮਾਰੂ ਜਹਾਜ਼ ਆਪਣੇ ਭੁੱਖੇ ਮੁਸਾਫਰਾਂ ਨੂੰ ਨਾਲ ਲੈ ਕਰਕੇ ਅਖੀਰ 29 ਸਤੰਬਰ 1914 ਨੂੰ ਕਲਕੱਤੇ ਦੇ ਬਜਬਜ ਘਾਟ ਦੇ ਉੱਤੇ ਪਹੁੰਚਦਾ ਹੈ। ਔਰ ਪਹੁੰਚਦਿਆਂ ਹੀ ਸਿਪਾਹੀਆਂ ਵੱਲੋਂ ਇਸ ਜਹਾਜ਼ ਦੀ ਤਲਾਸ਼ੀ ਲਈ ਜਾਂਦੀ ਹੈ, ਪਰ ਫਿਰ ਵੀ ਇਸ ਜਹਾਜ਼ ਦੇ ਵਿੱਚ ਕੁਝ ਵੀ ਐਸਾ ਆਪੱਤੀਜਨਕ ਜੋ ਹੈ ਉਹ ਨਹੀਂ ਮਿਲਦਾ। ਫਿਰ ਇਹਨਾਂ ਨੂੰ ਹੁਕਮ ਦਿੱਤਾ ਜਾਂਦਾ ਹੈ, ਇੱਕ ਗੱਡੀ ਤਿਆਰ ਹੈ ਪੰਜਾਬ ਲਿਜਾਣ ਵਾਸਤੇ, ਤੁਸੀਂ ਉਹਦੇ ਵਿੱਚ ਸਵਾਰ ਹੋ। ਪਰ ਬਾਬਾ ਗੁਰਦੇਵ ਸਿੰਘ ਨੂੰ ਪਤਾ ਸੀ ਵੀ ਅਸਲ ਦੇ ਵਿੱਚ ਸਿਰਫ ਲਿਜਾਣ ਦੀ ਗੱਲ ਨਹੀਂ ਹੋ ਰਹੀ। ਔਰ ਉੱਥੇ ਇਸੇ ਝੜਪ ਦੇ ਵਿੱਚ, ਗੱਲਬਾਤ ਦੇ ਵਿੱਚ 18 ਸਿੱਖ ਸ਼ਹੀਦ ਹੁੰਦੇ ਨੇ, ਉੱਥੇ ਗੋਲੀ ਚੱਲਦੀ ਹੈ ਪੁਲਿਸ ਵੱਲੋਂ, 18 ਸਿੱਖ ਸ਼ਹੀਦ ਹੁੰਦੇ ਨੇ, 2 ਯੂਰੋਪੀਅਨ ਸਾਰਜੈਂਟਾਂ ਦੀ ਵੀ ਮੌਤ ਹੁੰਦੀ ਹੈ, 2 ਪੰਜਾਬ ਪੁਲਿਸ ਦੇ ਸਿਪਾਹੀ ਵੀ ਇਸੇ ਜਗ੍ਹਾ ਦੇ ਉੱਤੇ ਮੌਤ ਦੇ ਘਾਟ ਉਤਰਦੇ ਨੇ, ਤੇ ਇੱਕ ਰਾਹਗੀਰ ਵੀ ਗੋਲੀ ਦਾ ਸ਼ਿਕਾਰ ਹੁੰਦਾ ਹੈ, ਉਸ ਦੀ ਵੀ ਮੌਤ ਹੋ ਗਈ। ਔਰ ਇਸੇ ਪ੍ਰਕਾਰ ਦੇ ਨਾਲ ਇਸੇ ਸਮੇਂ ਦੇ ਵਿੱਚ, ਇਸੇ ਵਕਫੇ ਦੇ ਵਿੱਚ ਬਾਬਾ ਗੁਰਦੇਵ ਸਿੰਘ ਆਪਣੇ 28 ਸਾਥੀਆਂ ਦੇ ਸਮੇਤ ਉਸ ਜਗ੍ਹਾ ਦੇ ਵਿੱਚੋਂ ਨਿਕਲਣ ਦੇ ਵਿੱਚ ਕਾਮਯਾਬ ਹੁੰਦਾ ਹੈ। ਔਰ ਇਸੇ ਹੀ ਘਟਨਾ ਦੇ ਨਾਲ ਸੰਬੰਧਿਤ ਇੱਕ ਅੰਗਰੇਜ਼ ਅਫਸਰ, ਯੂਰੋਪੀਅਨ ਅਫਸਰ ਹੌਕਿੰਸਨ ਕੋਰਟ ਦੇ ਵਿੱਚ ਜਾ ਕਰਕੇ ਗਵਾਹੀ ਦੇਣ ਵਾਸਤੇ ਜਾ ਰਿਹਾ ਸੀ, ਔਰ ਉਹਨੂੰ ਸਰਦਾਰ ਮੇਵਾ ਸਿੰਘ ਲੋਪੋਕੇ ਨੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ। ਔਰ ਉਸੇ ਹੀ ਘਟਨਾ ਦੇ ਨਾਲ ਜਦੋਂ ਉਹਦੀ ਸੁਣਵਾਈ ਕੀਤੀ ਗਈ, ਮੇਵਾ ਸਿੰਘ ਲੋਪੋਕੇ ਨੂੰ ਕੈਦ ਕੀਤਾ ਗਿਆ, ਉਹਦੀ ਸਜ਼ਾ ਦਿੱਤੀ ਗਈ ਤੇ ਸਜ਼ਾ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਹੋਈ। ਔਰ ਮੇਵਾ ਸਿੰਘ ਲੋਪੋਕੇ ਪਹਿਲਾ ਐਸਾ ਸਿੱਖ ਸ਼ਹੀਦ ਸੀ ਜਿਸ ਨੂੰ ਕੈਨੇਡਾ ਦੇ ਵਿੱਚ ਫਾਂਸੀ ਦੇ ਕੇ ਸ਼ਹਾਦਤ ਦਾ ਜਾਮ ਪੀਣਾ ਪਿਆ। ਔਰ ਇਸ ਤੋਂ ਬਾਅਦ 6 ਸਾਲ ਤੱਕ ਬਾਬਾ ਗੁਰਦੇਵ ਸਿੰਘ ਰੂਪੋਸ਼ ਰਹਿੰਦੇ ਨੇ, ਅੰਡਰਗਰਾਉਂਡ ਰਹਿੰਦੇ ਨੇ। ਬਾਕੀਆਂ ਨੂੰ ਨਜ਼ਰਬੰਦ 200 ਤੋਂ ਵੱਧ ਜਿਹੜੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਕੈਦ ਕਰ ਦਿੱਤਾ ਗਿਆ, ਨਜ਼ਰਬੰਦ ਕਰ ਦਿੱਤਾ ਗਿਆ। ਔਰ ਬਾਬਾ ਗੁਰਦੇਵ ਸਿੰਘ 6 ਸਾਲ ਤੱਕ ਰੂਪੋਸ਼ ਰਹਿ ਕਰਕੇ ਅਖੀਰ 1920 ਦੇ ਵਿੱਚ ਗਾਂਧੀ ਦੇ ਕਹਿਣ ਦੇ ਉੱਤੇ ਸਰਕਾਰ ਦੇ ਕੋਲ ਪੇਸ਼ ਹੁੰਦੇ ਨੇ, ਔਰ ਉਹਨਾਂ ਨੂੰ ਉੱਥੇ 5 ਸਾਲ ਦੀ
ਸਜ਼ਾ ਮਿਲਦੀ ਹੈ। 5 ਸਾਲ ਕੈਦ ਦੀ ਸਜ਼ਾ ਮਿਲਣ ਤੋਂ ਉਪਰੰਤ ਅਖੀਰ ਭਾਰਤ ਦੀ ਆਜ਼ਾਦੀ ਤੋਂ ਬਾਅਦ 1954 ਦੇ ਵਿੱਚ ਕਾਮਾਗਾਟਾ ਮਾਰੂ ਦਾ ਇਹ ਮਹਾਨ ਜਿਹੜਾ ਸਿੱਖ ਸੀ, ਇਹ ਆਗੂ ਅਖੀਰ ਦੇ ਵਿੱਚ 1954 ਦੇ ਵਿੱਚ ਇਸ ਸੰਸਾਰ ਤੋਂ ਅਲਵਿਦਾ ਕਰ ਗਿਆ, ਇਸ ਕੂਚ ਕਰ ਗਿਆ ਤੇ ਇੱਕ ਇਹ ਗੱਲ ਸਿਖਾ ਗਿਆ ਕਿ ਆਪਣੇ ਹੱਕਾਂ ਦੇ ਲਈ ਲੜਨਾ ਹਮੇਸ਼ਾ ਤੋਂ ਪੰਜਾਬੀਆਂ ਦੀ ਫਿਤਰਤ ਹੈ, ਆਪਣਿਆਂ ਦੇ ਲਈ ਖੜੇ ਹੋਣਾ ਹਮੇਸ਼ਾ ਤੋਂ ਪੰਜਾਬੀਆਂ ਦੀ ਫਿਤਰਤ ਹੈ। ਆਓ ਯਤਨ ਕਰੀਏ ਇਸ ਪ੍ਰਕਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਸਾਂਝ ਬਣਾਈਏ। ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸਾਡੇ ਇਤਿਹਾਸ ਦੇ ਵਿੱਚ ਅਣਗੌਲੀਆਂ ਰਹਿ ਗਈਆਂ ਨੇ, ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਈਏ। ਆਪ ਸਰਬੱਤ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।